ਪ੍ਰਾਕਥਨ। ਮਾਇਆ ਜਾਲ ਵਿੱਚ ਫਾਥਿਆਂ ਲਈ ਨਿਕਲਣੇ ਦਾ ਉਪਦੇਸ਼ ਤੇ ਤਰੀਕਾ ਦੱਸਿਆ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਭਲਕੇ ਉਠ ਪਪੋਲੀਐ ਵਿਣ ਬੁੱਝੇ ਮੁਗਧ ਅਜਾਣ। ਸੋ ਪ੍ਰਭ ਚਿਤ ਨ ਆਇਓ ਛੁਟੈਗੀ ਬੇਬਾਨ। ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਨ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਲੱਗਾ ਕਿ ਤੁਕ ਫਕੜੇ ਸਭ ਮੁਕਦੀ ਚੱਲੀ ਰਹਿਣ। ਰਹਾਉ। ਅਰਥ ਰਹਾਉ ਤੋਂ ਤੁਰੇਗਾ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਹੇ ਪ੍ਰਾਣੀ, ਤੂੰ ਇਸ ਜਗਤ ਵਿੱਚ ਤੇ ਇਸ ਦੇਹੀ ਵਿੱਚ ਲਾਹਾ ਖੱਟਣ ਆਇਆ ਸੈਂ। ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਰਹਾਉ। ਤੂੰ ਕਿਸ ਵਿਅਰਥ ਕਾਰਜ ਵਿੱਚ ਲੱਗ ਪਿਆ ਹੈ। ਤੇਰੀ ਉਮਰਾ ਰੂਪੀ ਰਾਤ ਸਾਰੀ ਮੁਕਦੀ ਚਲੀ ਜਾ ਰਹੀ ਹੈ। ਰਹਾਉ। ਭਲਕੇ ਉਠ ਪਪੋਲੀਐ ਵਿਣ ਬੁੱਝੇ ਮੁਗਧ ਅਜਾਨ। ਦੇਖ ਤੂੰ ਨਿਤ ਸਵੇਰੇ ਉੱਠ ਕੇ ਆਪਣੀ ਦੇਹੀ ਨੂੰ ਪਪੋਲਦਾ ਹੈ, ਜੋ ਗਿਆਨ ਵਿਹੂਣੀ ਮੂਰਖ ਤੇ ਅਜਾਨ ਹੈ। ਸੋ ਪ੍ਰਭ ਚਿਤ ਨ ਆਇਓ ਛੁਟੈਗੀ ਬੇਬਾਨ। ਤੈਨੂੰ ਇਸ ਦਾ ਕਰਨਹਾਰ ਜੋ ਹੈ ਉਹ ਪ੍ਰਭੂ ਚਿਤ ਨਹੀਂ ਆਇਆ। ਜਾਣ ਲੈ ਕੇ ਇਹ ਅੰਤ ਮਸਾਣਾ ਵਿੱਚ ਛੱਡੀ ਜਾਏਗੀ। ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਨ। ਜੇ ਤੂੰ ਚਾਹੁੰਦਾ ਹੈ ਕਿ ਸਦਾ ਸਦਾ ਆਨੰਦ ਭੋਗੇ ਤਾਂ ਸਤਿਗੁਰੂ ਨਾਲ ਦਿਲ ਲਗਾ, ਭਾਵ ਪਿਆਰ ਕਰ ਉਸ ਨੂੰ, ਉਸ ਦੇ ਉਪਦੇਸ਼ ਨੂੰ ਤੇ ਉਸ ਦੀ ਦਿੱਤੀ ਨਾਮ ਦੀ ਦਾਤ ਨੂੰ। ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ। ਪਸ਼ੂ ਪੰਖੀ ਜਿਵੇਂ ਫਸੇ ਹੋਏ ਵੀ ਕਲੋਲ ਪਏ ਕਰਦੇ ਹਨ, ਕਿਉਂਕਿ ਉਹਨਾਂ ਨੂੰ ਕਾਲ ਨਜ਼ਰ ਨਹੀਂ ਆਉਂਦਾ। ਓਤੈ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ। ਉਹਨਾਂ ਦਾ ਸਾਥੀ ਭਾਵ ਉਹਨਾਂ ਵਰਗਾ ਹੀ ਇਹ ਮੁਗਧ ਤੇ ਅਜਾਨ ਮਨੁੱਖ ਹੈ, ਜੋ ਮਾਇਆ ਜਾਲ ਵਿੱਚ ਫਾਥਾ ਹੈ ਤੇ ਕਲੋਲਾਂ ਵਿੱਚ ਉਹਨਾਂ ਵਾਂਗੂ ਮਸਤ ਹੈ। ਪਰ ਸਮਝ ਲਓ, ਮੁਕਤੇ ਸੇਈ ਭਾਲੀਐ ਹੈ ਜੇ ਸੱਚਾ ਨਾਮ ਸਮਾਲ। ਕਿ ਇਸ ਮਾਇਆ ਜਾਲ ਤੋਂ ਮੁਕਤ ਛੁੱਟੇ ਹੋਏ ਉਹ ਸਮਝੇ ਜਾਂਦੇ ਹਨ ਜੋ ਸੱਚੇ ਨਾਮ ਨੂੰ ਸੰਭਾਲਦੇ ਹਨ, ਭਾਵ ਜੋ ਨਾਮ ਨੂੰ ਸਿਮਰ ਰਹੇ ਹਨ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜੋ ਘਰ ਇੱਕ ਦਿਨ ਛੱਡ ਕੇ ਗਵਾ ਦੇਣਾ ਹੈ ਉਹ ਮਨ ਵਿੱਚ ਪਿਆਰਾ ਲੱਗ ਰਿਹਾ ਹੈ। ਜਿੱਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਜਿੱਥੇ ਜਾ ਕੇ ਤੂੰ ਸਦਾ ਵਰਤਣਾ ਸੀ ਉਸ ਦਾ ਕੋਈ ਫਿਕਰ ਨਹੀਂ ਹੈ। ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ। ਹੇ ਪ੍ਰਾਣੀ, ਜੇ ਤੂੰ ਮਾਇਆ ਜਾਲ ਦੀ ਫਾਹੀ ਤੋਂ ਨਿਕਲਣਾ ਚਾਹੇ ਤਾਂ ਸਮਝ ਲੈ ਕਿ ਇਸ ਵਿੱਚ ਫਾਥੇ ਉਹੀ ਨਿਕਲੇ ਹਨ ਜੋ ਗੁਰੂ ਦੀ ਚਰਨੀ ਆ ਲੱਗੇ ਹਨ। ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ। ਪੱਕ ਜਾਣ ਕੇ ਗੁਰੂ ਤੋਂ ਛੁੱਟ ਹੋਰ ਕੋਈ ਬਚਾ ਨਹੀਂ ਸਕਦਾ। ਸਾਨੂੰ ਤਾਂ ਦੂਸਰਾ ਕੋਈ ਐਸਾ ਨਜ਼ਰ ਨਹੀਂ ਆਉਂਦਾ। ਚਾਰੇ ਕੁੰਡਾਂ ਭਾਲ ਕੈ ਆਏ ਪਿਆ ਸਰਨਾਏ। ਸੋ ਚਾਰੇ ਕੁੰਟਾਂ ਢੂੰਡ ਕੇ ਗੁਰੂ ਦੀ ਸ਼ਰਨ ਵਿੱਚ ਆ ਪਿਆ ਹਾਂ। ਨਾਨਕ ਸੱਚੈ ਪਾਤਸ਼ਾਹੇ ਡੁੱਬਦਾ ਲਿਆ ਕਢਾਏ। ਹੇ ਨਾਨਕ, ਉਸ ਸੱਚੇ ਪਾਤਸ਼ਾਹ ਭਾਵ ਗੁਰੂ ਨੇ ਸੰਸਾਰ ਸਾਗਰ ਵਿੱਚ ਡੁੱਬਦੇ ਨੂੰ ਕੱਢ ਲਿਆ ਹੈ। ਵਿਆਖਿਆ। ਮਨੁੱਖ ਬੁੱਧੀ ਦਾ ਮਾਲਕ ਹੈ। ਇਹ ਜਾਣਦਾ ਹੈ ਕਿ ਜੀਵਨ ਸਦਾ ਨਹੀਂ, ਪਰ ਪੰਛੀ ਤੇ ਪਸ਼ੂ ਇਹ ਨਹੀਂ ਜਾਣਦੇ ਕਿ ਅਸਾਂ ਇੱਕ ਦਿਨ ਮਰ ਜਾਣਾ ਹੈ। ਪੰਛੀ ਪਿੰਜਰੇ ਵਿੱਚ ਕੈਦ ਪਏ ਵੀ ਕਲੋਲ ਕਰਦੇ ਹਨ ਤੇ ਖੁੱਲ੍ਹੇ ਫਿਰਦੇ ਵੀ ਕਲੋਲਾਂ ਵਿੱਚ ਹੁੰਦੇ ਹਨ।
ਉਹਨਾਂ ਨੂੰ ਮੌਤ ਦਾ ਗਿਆਨ ਨਾ ਹੋਣ ਕਰਕੇ ਮੌਤ ਦੀ ਚਿੰਤਾ ਨਹੀਂ ਹੁੰਦੀ। ਪਸ਼ੂ ਖੁੱਲੇ ਬਨਾਂ ਵਿੱਚ ਵਿਚਰਦੇ ਕਿ ਮਨੁੱਖ ਦੀ ਕੈਦ ਵਿੱਚ ਪਏ ਆਪਣੇ ਖਾਣ ਪੀਣ ਕਲੋਲਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਵੀ ਮੌਤ ਦਾ ਗਿਆਨ ਨਾ ਹੋਣ ਕਰਕੇ ਮੌਤ ਦੀ ਚਿੰਤਾ ਨਹੀਂ ਹੁੰਦੀ। ਜੇ ਮਨੁੱਖ ਵੀ ਕਲੋਲਾਂ ਵਿੱਚ ਤੇ ਦੇਹੀ ਪਾਲਣ ਪੋਸ਼ਣ ਤੇ ਇਸ ਦੇ ਸਮਾਨਾਂ ਵਿੱਚ ਲੱਗਾ ਰਹੇ ਤੇ ਅੱਗੇ ਦਾ ਕੋਈ ਫਿਕਰ ਨਾ ਕਰੇ, ਤਾਂ ਜਾਣੋ ਕਿ ਪਸ਼ੂ ਪੰਖੀਆਂ ਵਾਂਗੂ ਬੁੱਧੀਹੀਣਤਾ ਵਾਲਾ ਹੈ। ਅਰ ਉਹਨਾਂ ਪਸ਼ੂ ਪੰਖੀਆਂ ਵਾਂਗੂ ਹੈ ਜੋ ਪਿੰਜਰਿਆਂ ਕੇ ਰੱਸਿਆਂ ਨਾਲ ਫਾਥੇ ਜਾਂ ਬੰਨੇ ਪਏ ਗਾਫਲ ਹਨ, ਉਹਨਾਂ ਵਾਂਗੂ ਹੀ ਇਹ ਮਾਇਆ ਦੇ ਜਾਲ ਵਿੱਚ ਫਾਥਾ ਗਾਫਲ ਹੈ ਤੇ ਸਰੀਰਕ ਰਸਾਂ ਭੋਗਾਂ ਵਿੱਚ ਮਗਨ ਹੈ। ਹਾਲਾਂਕਿ ਇਹ ਬੁੱਧੀ ਵਾਲਾ ਹੈ ਤੇ ਜਾਣਦਾ ਹੈ ਕਿ ਇੱਕ ਦਿਨ ਮਰਨਾ ਹੈ। ਇਸ ਦੇਹੀ ਤੇ ਦੇਹੀ ਦੇ ਸਾਰੇ ਲਟਾਕਿਆਂ ਦੀ ਸਮਾਪਤੀ ਹੋ ਜਾਣੀ ਹੈ। ਇਹ ਦਰਸਾ ਕੇ ਉਪਦੇਸ਼ ਕਰਦੇ ਹਨ ਕਿ ਇਹ ਥਾਂ 4 ਦਿਨਾਂ ਦੀ ਹੈ। ਹੇ ਮਨੁੱਖ, ਜਿੱਥੇ ਜਾ ਕੇ ਸਦਾ ਰਹਿਣਾ ਹੈ ਉਸ ਦੀ ਚਿੰਤਾ ਕਰ। ਉਹ ਚਿੰਤਾ ਨਿਵਰਤੀ ਤੇਰੀ ਸਤਿਗੁਰੂ ਪਾਸੋਂ ਹੋਣੀ ਹੈ। ਉਸ ਦੀ ਸ਼ਰਨ ਲੈ, ਉਸ ਨੇ ਨਾਮ ਦਾਨ ਦੇਣਾ ਹੈ। ਉਸ ਨਾਮ ਦੀ ਕਮਾਈ ਕਰ, ਕਿਉਂਕਿ ਮਾਇਆ ਜਾਲ ਤੋਂ ਮੁਕਤੇ ਅਰਥਾਤ ਛੁੱਟੇ ਹੋਏ ਉਹ ਹੋਣਗੇ ਜੋ ਸੱਚੇ ਦੇ ਨਾਮ ਨੂੰ ਸਿਮਰਦੇ ਹਨ। ਇਹ ਤੁਕ ਅੰਕ 2 ਦੇ ਅੰਤ ਵਿੱਚ ਹੈ। ਨਿਰੁਕਤ ਭਲਕੇ ਦਾ ਭਾਵ ਹੈ ਸਵੇਰੇ, ਮੁਰਾਦ ਹੈ ਹਰ ਦਿਨ। ਪਪੋਲੀਏ ਦਾ ਭਾਵ ਹੈ ਪੰਜਾਬੀ ਵਿੱਚ ਪਪੋਲਣਾ, ਭਾਵ ਪਾਲਣਾ ਪੋਸਣਾ, ਪਾਲੀਏ ਪੋਸੀਏ। ਨੰਬਰ 2 ਪਪੋਲਣਾ ਦਾ ਦੂਸਰਾ ਅਰਥ ਹੈ ਮੂੰਹ ਵਿੱਚ ਲੈ ਕੇ ਘਮਾਉਣਾ, ਨਾ ਚਿੱਥਣਾ ਨਾ ਅੰਦਰ ਲਗਾਉਣਾ। ਇਸ ਤੋਂ ਇਹ ਮੁਰਾਦ ਲੈਂਦੇ ਹਨ ਕਿ ਪੋਥੀ ਆਦ ਪੜ੍ਹਨੀ, ਨਾ ਵਿਚਾਰਨਾ ਤੇ ਨਾ ਅਮਲ ਕਰਨਾ। ਕਿ ਰੋਜ਼ ਸਵੇਰੇ ਪੋਥੀ ਪੜ੍ਹਦਾ ਹੈ ਪਰ ਬੁੱਝਦਾ ਨਹੀਂ ਤੇ ਅਮਲ ਨਹੀਂ ਕਰਦਾ, ਇਸ ਕਰਕੇ ਮੁਗਧ ਤੇ ਅਜਾਨ ਹੈ। ਪਰ ਅਜਾਨ ਪਦ ਨੂੰ ਸਿਹਾਰੀ ਹੋਣ ਕਰਕੇ ਇਸਤਰੀ ਲਿੰਗ ਹੈ ਤੇ ਇਹ ਪਦ ਦੇਹ ਵੱਲ ਲੱਗਦਾ ਹੈ ਕਿ ਦੇਹ ਗਿਆਨ ਵਿਹੂਣੀ ਤੇ ਅਜਾਨ ਹੈ। ਇਸ ਨੂੰ ਪਾਲਦਾ ਹੈ ਤੇ ਜੋ ਜੀਵਤ ਵਸਤੂ ਹੈ ਪ੍ਰਭੂ, ਉਸ ਨੂੰ ਤੂੰ ਆਪਣੇ ਚਿੱਤ ਵਿੱਚ ਨਹੀਂ ਵਸਾਉਂਦਾ। ਉਹ ਅੱਗੇ ਜਾਏਗਾ ਤੇ ਇਹ ਦੇਹ ਮਸਾਨਾ ਵਿੱਚ ਸੱਟੀ ਜਾਏਗੀ। ਜਿੰਦ ਵਿਹੂਣੀ ਮਾਨੋ ਛੁੱਟੜ ਹੋ ਕੇ, ਛੁੱਟੜ ਪਦ ਵੀ ਇਸਤਰੀ ਲਿੰਗ ਹੈ ਤੇ ਦੇਹ ਵੱਲ ਸਪਸ਼ਟ ਲੱਗ ਰਿਹਾ ਹੈ। ਮੁਗਧ ਦਾ ਭਾਵ ਹੈ ਮੂਰਖ। ਅਜਾਨ ਦਾ ਭਾਵ ਹੈ ਨਾ ਜਾਣਨੇ ਵਾਲੀ, ਗਿਆਨਹੀਨ। ਬੇਬਾਨ ਦਾ ਭਾਵ ਹੈ ਫਾਰਸੀ ਵਿੱਚ ਬੀਆਬਾਨ, ਉਜਾੜ, ਭਾਵ ਮਸਾਣਾ ਤੋਂ ਹੈ। ਕੁਫੱਕੜੇ ਦਾ ਭਾਵ ਹੈ ਪੰਜਾਬੀ ਵਿੱਚ ਫੱਕੜ, ਉਹ ਕਰਮ ਜਿਨ੍ਹਾਂ ਦੇ ਕੀਤਿਆਂ ਫੱਕੜੀ ਲੱਗੇ। ਕੋ ਭਾਵ ਬੁਰੀ, ਉਹਨਾਂ ਕੰਮਾਂ ਵਿੱਚ ਜਿਨ੍ਹਾਂ ਦੇ ਕੀਤਿਆਂ ਬੁਰੀ ਫੱਕੜੀ ਲੱਗੇ, ਭਾਵ ਨਿੰਦਿਤ ਕਰਮਾਂ ਵਿੱਚ, ਮਾੜੇ ਕਰਮਾਂ ਵਿੱਚ। ਕੋ ਪਲਸ ਫਕੀਰੀ, ਭਾਵ ਭੈੜੀ ਫਕੀਰੀ। ਰੈਣ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਰਜਨੀ, ਪੁਰਾਤਨ ਪੰਜਾਬੀ ਵਿੱਚ ਰੈਣ, ਰਾਤ, ਭਾਵ ਉਮਰਾ। ਕੁਦਮ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕੂਰਦਨ, ਭਾਵ ਛਾਲਾਂ ਮਾਰਨੀਆਂ, ਖੇਲਣਾ, ਕੁੱਦਣਾ, ਖੇਲਾਂ ਛਾਲਾਂ ਆਦਿ ਕਲੋਲ। ਘਰ ਦਾ ਭਾਵ ਇੱਥੇ ਸੰਸਾਰ। ਕਈ ਸੱਜਣ ਇਉਂ ਵੀ ਅਰਥ ਕਰਦੇ ਹਨ ਕਿ ਜੋ ਅਹੰਕਾਰ ਰੂਪੀ ਘਰ ਨੂੰ ਤਿਆਗਣਾ ਸੀ ਤੇ ਤਿਆਗ ਦਾ ਵੀ ਮਾਣ ਗਵਾ ਦੇਣਾ ਸੀ, ਉਹ ਅਹੰਕਾਰ ਤਾਂ ਤੇਰੇ ਮਨ ਵਿੱਚ ਲੱਗਾ ਹੀ ਰਿਹਾ ਤੇ ਜਿਸ ਘਰ ਅਰਥਾਤ ਆਪਣੇ ਸਰੂਪ ਵਿੱਚ ਵਰਤਣਾ ਸੀ, ਉਸ ਦੀ ਪ੍ਰਾਪਤੀ ਦਾ ਫਿਕਰ ਹੀ ਕੋਈ ਨਹੀਂ। ਨਾ ਦਿਖਾਏ ਦਾ ਭਾਵ ਹੈ ਨਾ ਪਲਸ ਦਿਸ ਪਲਸ ਆਏ, ਭਾਵ ਦਿਸ ਨਹੀਂ ਆਉਂਦਾ, ਦਿਖਾਈ ਨਹੀਂ ਦਿੰਦਾ। ਪ੍ਰਾਕਥਨ। ਜੀਵਨ ਦੀ ਅਨਸਥਿਰਤਾ, ਮਨੁੱਖ ਦੀ ਗਾਫਲੀ, ਸਾਧ ਸੰਗਤ ਦੀ ਲੋੜ। ਸ੍ਰੀ ਰਾਗ ਮਹੱਲਾ ਪੰਜਵਾ। ਘੜੀ ਮੋਹਤ ਕਾ ਪਾਹੁਣਾ, ਕਾਜ ਸਵਾਰਨ ਹਾਰ। ਇਹ ਜੀਵ ਜਗਤ ਵਿੱਚ ਘੜੀ ਦੋ ਘੜੀ ਦਾ ਮਾਨੋ ਇੱਕ ਪ੍ਰਾਹੁਣਾ ਹੈ, ਪਰ ਇਹ ਇੱਥੇ ਇਉਂ ਲੱਗ ਰਿਹਾ ਹੈ ਜਿਵੇਂ ਕਿ ਜਗਤ ਦੇ ਸਾਰੇ ਕੰਮਾਂ ਦਾ ਸਵਾਰਨ ਵਾਲਾ ਇਹੋ ਹੈ। ਜੇ ਇਉਂ ਅਰਥ ਢੁਕਾਈਏ ਕਿ ਇਹ ਸੀ ਤਾਂ ਕੰਮ ਸਵਾਰਨੇ ਵਾਲਾ, ਪਰ ਪ੍ਰਾਹੁਣਾ ਹੈ ਘੜੀ ਦੋ ਘੜੀ ਦਾ, ਇਹ ਮਾਇਕ ਕੰਮਾਂ ਵਿੱਚ ਰੁੱਝਾ ਹੈ।
ਤਾਂ ਭਾਵ ਦੀ ਲਾਵਨਤਾ ਜੋ ਅਸਚਰਜ ਵਿੱਚ ਹੈ ਨਹੀਂ ਰਹਿੰਦੀ ਤੇ ਅਰਥ ਪੂਰਾ ਢੁਕਾ ਨਹੀਂ ਖਾਂਦਾ। ਅੱਗੇ ਚੱਲ ਕੇ ਉਸ ਨੂੰ ਅੰਧਾ ਆਦ ਪਦਾਂ ਨਾਲ ਯਾਦ ਕਰਕੇ ਉਹ ਅਸਚਰਜ ਦੀ ਧੁਨੀ ਚੱਲਦੀ ਹੈ। ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ। ਇਉਂ ਇਹ ਮਾਇਕ ਧੰਦਿਆਂ ਵਿੱਚ ਲੱਗਾ ਹੋਇਆ ਮੂਰਖ ਸਮਝਦਾ ਨਹੀਂ ਕਿ ਮੈਂ ਕੀ ਕਰਨ ਆਇਆ ਸਾਂ ਤੇ ਕੀ ਕਰ ਰਿਹਾ ਹਾਂ। ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ। ਇੰਨੇ ਨੂੰ ਮੌਤ ਆ ਜਾਂਦੀ ਹੈ ਤਾਂ ਉੱਠ ਤੁਰਦਾ ਹੈ, ਫਿਰ ਪਛਤਾਉਂਦਾ ਹੈ ਜਦ ਕਿ ਜਮ ਦੇ ਵਸ ਵਿੱਚ ਪੈ ਜਾਂਦਾ ਹੈ। ਅੰਧੇ ਤੂੰ ਬੈਠਾ ਕੰਧੀ ਪਾਹੇ। ਇਹ ਦੇਖ ਕੇ ਹੇ ਗਿਆਨ ਨੇਤਰਾਂ ਤੋਂ ਹੀਣ ਮਨੁੱਖ, ਹੋਸ਼ ਕਰ, ਤੂੰ ਤਾਂ ਕਾਲ ਰੂਪੀ ਨਦੀ ਦੇ ਢਾਹ ਲੱਗੇ ਕਿਨਾਰੇ ਤੇ ਬੈਠਾ ਹੈ। ਜੇ ਹੋਵੀ ਪੂਰਬ ਲਿਖਿਆ ਤਾ ਗੁਰ ਕਾ ਬਚਨ ਕਮਾਹੇ ਰਹਾਉ। ਜੇ ਭਾਗਾਂ ਵਿੱਚ ਕੋਈ ਪੂਰਬਲਾ ਸ਼ੁਭ ਲੇਖ ਲਿਖਿਆ ਹੋਇਆ ਤਾਂ ਗੁਰੂ ਦੇ ਬਚਨ ਦੀ ਕਮਾਈ ਕਰ ਲੈ। ਰਹਾਉ। ਹਰੀ ਨਾਹੀ ਨਹਿ ਡੱਡਰੀ ਪੱਕੀ ਵੱਢਣ ਹਾਰ। ਭਲਾ ਜੇ ਤੂੰ ਵਿਚਾਰ ਕਰੇ ਕਿ ਵੱਡੀ ਉਮਰੇ ਚੱਲ ਕੇ ਨਾਮ ਸਿਮਰ ਲਵਾਂਗੇ ਤਾਂ ਦੇਖ ਕੇ ਜੀਕੂ ਕਿਰਸਾਨ ਆਪਣੀ ਪੱਕੀ ਖੇਤੀ ਦਾ ਵੱਢਣਹਾਰ ਹੈ, ਉਸੀ ਤਰ੍ਹਾਂ ਉਹ ਨਾ ਹਰੀ ਦਾ ਨਾ ਡੱਡਰੀ ਦੇ ਵੱਢਣ ਦੀ ਸੰਗ ਰੱਖਦਾ ਹੈ, ਜਿਹੜੀ ਚਾਹੇ ਵੱਢ ਲੈਂਦਾ ਹੈ। ਲੈ ਲੈ ਦਾਤ ਪਹੁਤਿਆ ਲਾਵੇ ਕਰ ਤੈਯਾਰ। ਹਾਂ, ਜਿਸ ਵੇਲੇ ਚਾਹੇ ਉਹ ਖੇਤ ਵੱਢਣ ਵਾਲੇ ਲਾਵੇ ਤਿਆਰ ਕਰ ਦਿੰਦਾ ਹੈ, ਜੋ ਦਾਤਰੇ ਲੈ ਲੈ ਕੇ ਆ ਪਹੁੰਚਦੇ ਹਨ। ਜਾ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ। ਭਾਵ ਇਹ ਹੈ, ਜਦ ਮਾਲਕ ਕਿਰਸਾਨ ਦਾ ਹੁਕਮ ਹੋ ਜਾਂਦਾ ਹੈ, ਉਹ ਖੇਤ ਵੱਢ ਕੇ ਮਿਣਤੀ ਕਰ ਲੈਂਦੇ ਹਨ। ਭਾਵ ਕਿ ਜਦ ਮਨੁੱਖ ਨੂੰ ਪੈਦਾ ਕਰਨੇ ਵਾਲੇ ਕਿਰਸਾਨ ਰੂਪੀ ਵਾਹਿਗੁਰੂ ਦਾ ਹੁਕਮ ਇਸ ਨੂੰ ਮਾਰਨ ਦਾ ਹੋ ਜਾਂਦਾ ਹੈ, ਤਦ ਜਮ ਰੂਪੀ ਲਾਵੇ ਅਨੇਕ ਤਰ੍ਹਾਂ ਦੇ ਰੋਗ ਤੇ ਹੋਰ ਮੌਤ ਦੇ ਕਾਰਨ ਰੂਪੀ ਦਾਤਰੇ ਲੈ ਕੇ ਮਨੁੱਖ ਰੂਪੀ ਖੇਤੀ ਨੂੰ ਵੱਢਣ ਲਈ ਆ ਜਾਂਦੇ ਹਨ। ਉਹ ਫੇਰ ਪੱਕੀ ਖੇਤੀ ਰੂਪੀ ਬੁੱਢਿਆਂ ਨੂੰ ਤਾਂ ਮਾਰਦੇ ਹੀ ਹਨ, ਪਰ ਹੁਕਮ ਹੋਣ ਕਰਕੇ ਹਰੀ ਖੇਤੀ ਰੂਪੀ ਬਾਲਕ ਕੇ ਡੱਡਰੀ ਰੂਪ ਜਵਾਨ ਕੇ ਅੱਧਖੜ ਨੂੰ ਮਾਰਨੋਂ ਸ਼ੰਕਾ ਨਹੀਂ ਕਰਦੇ। ਮਾਰ ਲੈਣ ਤੋਂ ਮਗਰੋਂ ਉਸ ਦੇ ਕਰਮਾਂ ਦਾ ਹਿਸਾਬ ਹੁੰਦਾ ਹੈ। ਜਿਵੇਂ ਕਿ ਖੇਤ ਕੱਟਣ ਦੇ ਮਗਰੋਂ ਖੇਤੀ ਦੀ ਮਿਣਤੀ ਕੀਤੀ ਜਾਂਦੀ ਹੈ ਹਿਸਾਬ ਲਈ। ਹੁਣ ਦਿਨ ਰਾਤ ਦੇ ਬਿਰਥਾ ਵਿਹਾਉਣ ਨੂੰ 4 ਹਿੱਸੇ ਰਾਤ ਦੇ ਤੇ 4 ਹਿੱਸੇ ਉਮਰ ਦੇ ਵੰਡ ਕੇ ਦਰਸਾਉਂਦੇ ਹਨ। ਪਹਿਲਾ ਪਹਿਰ ਧੰਦੇ ਗਿਆ, ਦੂਜੇ ਭਰ ਸੋਇਆ। ਨਿਤ ਵਿਵਹਾਰ ਵਿੱਚ ਜੀਵ ਦਾ ਦਿਨ ਤਾਂ ਵਿਹਾਰਾਂ ਵਿੱਚ ਬੀਤ ਜਾਂਦਾ ਹੈ ਤੇ ਉਸ ਦੀ ਰਾਤ ਦਾ ਪਹਿਲਾ ਪਹਿਰ ਦਿਨ ਦੇ ਵਿਹਾਰ ਸਮੇਟਣ ਤੇ ਖਾਣ ਪੀਣ ਆਦਿ ਧੰਦਿਆਂ ਵਿੱਚ ਲੰਘ ਜਾਂਦਾ ਹੈ। ਦੂਜੇ ਪਹਿਰ ਵਿੱਚ ਖੂਬ ਸੁੱਤਾ, ਤੀਜੈ ਝਾਖ ਚਖਾਇਆ, ਚੌਥੈ ਭੋਰ ਪਿਆ। ਤੀਜੇ ਪਹਿਰ ਵਿੱਚ ਖਪਿਆ ਚਖਿਆ ਵਿਕਾਰਾਂ ਵਿੱਚ, ਚੌਥੇ ਪਹਿਰ ਵਿੱਚ ਸਵੇਰਾ ਹੋ ਗਿਆ। ਇਹ ਤਾਂ ਰੋਜ਼ ਦਾ ਵਿਵਹਾਰ ਰਿਹਾ। ਵੈਸੇ ਉਮਰਾ ਰੂਪੀ ਰਾਤ ਦਾ ਪਹਿਲਾ ਹਿੱਸਾ ਬਾਲਕ ਤੇ ਕੁਮਾਰ ਅਵਸਥਾ ਦਾ ਪੜ੍ਹਨ, ਕੰਮ ਸਿੱਖਣ, ਕਾਰੇ ਲੱਗਣ ਦੇ ਆਹਰਾਂ ਵਿੱਚ ਬੀਤ ਗਿਆ। ਫਿਰ ਜਵਾਨੀ ਆਈ ਤਾਂ ਧਰਮ ਵੱਲੋਂ ਗਾਫਲੀ ਦੀ ਨੀਂਦ ਵਿਆਪ ਗਈ। ਫਿਰ ਤੀਸਰੀ ਅਰਥਾਤ ਅੱਧਖੜ ਉਮਰਾ ਆਈ ਤੇ ਵਧੇ ਹੋਏ ਜੰਜਾਲਾਂ ਤੇ ਉਲਝਣਾਂ ਤੇ ਹੋਰ ਜ਼ਿੰਮੇਵਾਰੀਆਂ ਦੀ ਖਪ ਕਨੌਟੀਆਂ ਗਲੇ ਪੈ ਗਈਆਂ। ਚੌਥੇ ਬੁਢੇਪਾ ਆਇਆ ਤਾਂ ਵਾਲ ਚਿੱਟੇ ਹੋ ਗਏ, ਭਾਵ ਦੇਹ ਸਿਥਲ ਹੋ ਗਈ ਤੇ ਮੌਤ ਆ ਗਈ। ਕਦ ਹੀ ਚਿਤ ਨ ਆਇਓ ਜਿਨ ਜੀਓ ਪਿੰਡ ਦੀਆ। ਸਾਰੀ ਉਮਰਾਂ ਵਿੱਚ ਕਦੇ ਉਹ ਕਰਤਾ ਪੁਰਖ ਯਾਦ ਨਾ ਆਇਆ ਜਿਸ ਨੇ ਜੀਵ ਤੇ ਸਰੀਰ ਦਿੱਤਾ ਸੀ। ਭਾਵ ਉਮਰਾ ਬਿਰਥਾ ਲੰਘ ਗਈ,
ਜੀਵਨ ਦਾ ਪ੍ਰਯੋਜਨ ਤੇ ਅਵਸਰ ਸੀ, ਹਰੀ ਮਿਲਾਪ ਦਾ ਉਹ ਨਾ ਹੋਇਆ। ਸਾਧ ਸੰਗਤ ਕਉ ਵਾਰਿਆ, ਜੀਉ ਕੀਆ ਕੁਰਬਾਨ। ਹੁਣ ਉੱਤਮ ਪੁਰਖ ਦੁਆਰਾ ਰਾਹ ਦੱਸਦੇ ਹਨ ਕਿ ਜਿਨ੍ਹਾਂ ਨੇ ਜਨਮ ਸਵਾਰਿਆ ਉਹਨਾਂ ਨੇ ਕੀਕੂ ਸਵਾਰਿਆ। ਮੈਂ ਸਰੀਰ ਕਰਕੇ ਸਾਧ ਸੰਗਤ ਤੋਂ ਸਦਕੇ ਹਾਂ ਮਨ ਕਰਕੇ ਸਾਧ ਸੰਗਤ ਤੋਂ ਜੀਵ ਵੀ ਕੁਰਬਾਨ ਕਰਦਿਆਂ। ਜਿਸ ਤੇ ਸੋਝੀ ਮਨ ਪਈ, ਮਿਲਿਆ ਪੁਰਖ ਸੁਜਾਨ। ਜਿਸ ਤੋਂ ਮਨ ਵਿੱਚ ਸੂਝਤ ਆ ਗਈ, ਇਉਂ ਕਿ ਪਹਿਲਾਂ ਸਾਧ ਸੰਗਤ ਦੀ ਕਿਰਪਾ ਨਾਲ ਸੁਜਾਨ ਪੁਰਖ ਭਾਵ ਗੁਰੂ ਮਿਲ ਪਿਆ। ਕਈ ਸੱਜਣ ਪੁਰਖ ਸੁਜਾਨ ਦਾ ਇੱਥੇ ਭਾਵ ਹਰੀ ਲੈਂਦੇ ਹਨ, ਤੇ ਸੁਜਾਨ ਪੁਰਖ ਦੀ ਕਿਰਪਾ ਨਾਲ ਸਾਨੂੰ ਅੰਦਰ ਬੈਠਾ ਤੇ ਜਾਣੂ ਅਰਥਾਤ ਅੰਦਰ ਦੀਆਂ ਜਾਣਨ ਵਾਲਾ ਹਰੀ ਆਪਣੇ ਅੰਗ ਸੰਗ ਵਸਦਾ ਦਿਸ ਪਿਆ। ਨਾਨਕ ਡਿਠਾ ਸਦਾ ਨਾਲ, ਹਰ ਅੰਤਰ ਜਾਮੀ ਜਾਨ। ਹਰੀ ਸਦਾ ਆਪਣੇ ਅੰਗ ਸੰਗ ਵਸਦਾ ਦਿਸ ਪਿਆ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਭਾਵ ਇਹ ਹੈ ਕਿ ਸਤ ਸੰਗ ਕਰੋ। ਸਤ ਸੰਗ ਤੋਂ ਗੁਰੂ ਰੂਪੀ ਸੁਜਾਨ ਪੁਰਖ ਮਿਲੇ, ਉਸ ਦੀ ਮਿਹਰ ਨਾਲ ਹਰੀ ਮਿਲੇ, ਕੀਕੂ ਮਿਲੇ ਕਿ ਸਦਾ ਅੰਗ ਸੰਗ ਵਸਦਾ ਦਿਸੇ ਤੇ ਅੰਦਰ ਬੈਠਾ ਦਿਸੇ ਤੇ ਅੰਦਰ ਦੀਆਂ ਜਾਣਨ ਵਾਲਾ ਦਿਸੇ। ਵਿਆਖਿਆ। ਇਸ ਸ਼ਬਦ ਵਿੱਚ ਪ੍ਰਾਣੀ ਤੂੰ ਆਇਆ ਲਾਹਾ ਲੈਣ ਦੀ ਸੂਚਨਾ ਕਰਾਈ ਹੈ, ਤੇ ਕੰਧੀ ਉੱਤੇ ਰੋਖੜੇ ਤੇ ਖੇਤੀ ਦੇ ਵੱਢੇ ਜਾਣ ਦੇ ਦ੍ਰਿਸ਼ਟਾਂਤ ਦੇ ਕੇ ਜਿਉਣ ਦੀ ਅਨਸਥਿਰਤਾ ਦਿਖਾਈ ਹੈ। ਫੇਰ ਅੰਕ 3 ਵਿੱਚ ਜਿਨ੍ਹਾਂ ਕੁਫੱਕੜਾਂ ਵਿੱਚ ਉਮਰਾ ਬੀਤ ਰਹੀ ਹੈ, ਉਹਨਾਂ ਦਾ ਦ੍ਰਿਸ਼ਟਾਂਤਾਂ ਨਾਲ ਤੇ ਸਾਫ਼ ਵੀ ਪਤਾ ਦਿੱਤਾ ਹੈ। ਮਾਨੋ ਪਿਛਲੇ ਸ਼ਬਦ ਦੀ ਇਹ ਸ਼ਬਦ ਵਿਆਖਿਆ ਹੈ। ਅੰਤ ਵਿੱਚ ਬਚਨ ਦਾ ਰਸਤਾ ਦੱਸਿਆ ਹੈ। ਸਤ ਸੰਗ ਤੋਂ ਗੁਰੂ ਤੇ ਉਸ ਤੋਂ ਪ੍ਰਾਪਤ ਹੋਈ ਸੂਝਤ, ਜਿਸ ਨਾਲ ਵਾਹਿਗੁਰੂ ਅੰਤਰ ਬਸੇ, ਬਾਹਰ ਵੀ ਉਹੀ ਦਿਸ ਪਿਆ। ਨਾਲ ਕਹਿਣ ਤੋਂ ਭਾਵ ਹੈ ਸਦਾ ਅੰਗ ਸੰਗ। ਇਸ ਤੋਂ ਸੰਭਾਵਨਾ ਹੋ ਸਕਦੀ ਹੈ ਕਿ ਨਾਲ ਨਾਲ ਅਰਥਾਤ ਬਾਹਰ ਬਾਹਰ ਦਿਸਿਆ ਹੈ, ਅੰਦਰ ਨਹੀਂ ਦਿਸਿਆ। ਇਸ ਕਰਕੇ ਦੱਸਦੇ ਹਨ ਕਿ ਉਹ ਤਾਂ ਅੰਤਰਜਾਮੀ ਹੈ, ਅਰਥਾਤ ਅੰਦਰ ਵਸ ਰਿਹਾ ਹੈ ਤੇ ਅੰਦਰ ਦੀਆਂ ਜਾਣ ਰਿਹਾ ਹੈ, ਭਾਵ ਅੰਦਰ ਬਾਹਰ ਸਾਰੇ ਪਰਿਪੂਰਨ ਹੈ। ਦਿਸ ਪਿਆ ਹੈ ਭਾਵ ਉਸ ਦੀ ਲਖਤਾ ਹੋ ਗਈ ਹੈ। ਨਿਰੁਕਤ। ਮੋਹਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਮਹੂਰਤ, ਭਾਵ 2 ਘੜੀ। ਮਾਇਆ ਕਾਮ ਦਾ ਭਾਵ ਹੈ ਮਾਇਕ ਕੰਮ ਵਿੱਚ। ਕਈ ਸੱਜਣ ਇੱਥੇ ਵੀ ਕਾਮ ਦਾ ਅਰਥ ਵਿਕਾਰਾਂ ਵਿੱਚ ਕਰਦੇ ਹਨ, ਪਰ ਪ੍ਰਸੰਗਕ ਅਰਥ ਕੰਮ ਹੈ। ਜੰਦਾਰ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਯੰਤਰ, ਭਾਵ ਕੋਈ ਕਲਾ, ਹਥਿਆਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਸਿਰ ਮਾਰੇ ਜੰਦਾਰ ਜੀਓ, ਸੂਹੀ ਮਹੱਲਾ ਪਹਿਲਾ ਅਸ਼ਟਪਦੀਆ। ਤਿਸ ਮਾਰੇ ਜਮ ਜੰਦਾਰੇ, ਵਾਰ ਗੌੜੀ ਮਹੱਲਾ ਪੰਜਵਾ। ਤਾਂ ਜੰਦਾਰਾ ਕੋਈ ਲੱਠ ਵਾਂਗੂ ਸਿਰ ਤੇ ਮਾਰਨੇ ਦਾ ਯੰਤਰ ਹੈ। ਆਮ ਪੰਜਾਬੀ ਵਿੱਚ ਜੰਦਰ ਚੌਲ ਛੜਨੇ ਵਾਲੇ ਬੜੇ ਭਾਰੇ ਲੱਠ ਨੂੰ ਕਹਿੰਦੇ ਹਨ। ਜੋ ਜੰਦਾਰ ਤੋਂ ਭਾਵ ਹੈ ਜੰਦਾਰਾ ਮਾਰਨ ਵਾਲਾ ਜਾਂ ਦੰਡ ਦੇਣੇ ਵਾਲਾ। ਜਦ ਲਿਖਿਆ ਹੈ ਜੰਦਾਰਾ ਸਿਰ ਮਾਰੇ ਤਾਂ ਜੰਦਾਰ ਦਾ ਭਾਵ ਮਾਰਨਹਾਰ ਜਾਮ ਜਾਂ ਜਾਮ ਵੀ ਹੋ ਗਿਆ। ਇਹੋ ਭਾਵ ਇੱਥੇ ਹੈ। ਕੰਧੀ ਦਾ ਭਾਵ ਹੈ ਨਦੀ ਦਾ ਕਿਨਾਰਾ। ਨਦੀ ਦੇ ਕੰਢੇ ਉੱਤੇ ਬਰਿਸ਼ਾਂ ਦੀ ਮਿਆਦ ਕੁਛ ਨਹੀਂ ਹੁੰਦੀ। ਅਕਸਰ ਉਸ ਕੰਧੀ ਨੂੰ ਵੀ ਕਹਿੰਦੇ ਹਨ ਕਿ ਜਿੱਥੇ ਨਦੀ ਕਿਨਾਰੇ ਡੇਗਦੀ ਜਾਂ ਵਹਾਈ ਲਿਜਾ ਰਹੀ ਹੋਵੇ, ਉੱਥੇ ਮਨੁੱਖ ਜਾਂ ਪਸ਼ੂ ਦਾ ਵਿਚਰਨਾ ਦੇਰ ਤੱਕ ਨਹੀਂ ਹੋ ਸਕਦਾ। ਡੱਡਰੀ ਦਾ ਭਾਵ ਹੈ ਪੰਜਾਬੀ ਵਿੱਚ ਲੁਣਨਾ। ਸੰਸਕ੍ਰਿਤੀ ਵਿੱਚ ਧਾਤੂ ਲੂ ਭਾਵ ਕਤਰਨਾ, ਚੀਰਨਾ, ਕੱਟ ਕੇ ਕੱਟਿਆਂ। ਖੇਤਾਰ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕਸ਼ੇਤਰ, ਭਾਵ ਖੇਤਰ, ਖੇਤ। ਭੋਰ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪ੍ਰਭਾਤ, ਹਿੰਦੀ ਵਿੱਚ ਭੋਰ ਭਾਵ ਸਵੇਰਾ। ਅੰਤਰਜਾਮੀ ਜਾਣ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਅੰਤਰਯਾਮਨ, ਜੋ ਅੰਦਰ ਬੈਠਾ ਹੈ, ਜੋ ਅੰਦਰ ਦਾ ਪ੍ਰੇਰਕ ਹੈ, ਜੋ ਅੰਦਰ ਬੈਠਾ ਹੋਣ ਕਰਕੇ ਅੰਦਰ ਦੀ ਜਾਣਨਹਾਰ ਹੈ। ਪਰ ਜਾਣ ਪਦ ਨਾਲ ਇਸੇ ਕਰਕੇ ਕਿਹਾ ਕਿ ਅੰਤਰਜਾਮੀ ਦਾ ਭਾਵ ਇੱਥੇ ਸਾਰਾ ਲੈਣਾ ਹੈ। ਗੋਇਆ ਅੰਤਰਜਾਮੀ ਪਦ ਦੇ 2 ਅਰਥ ਲੈਣ ਲਈ
ਜਾਮੀ ਤੇ ਜਾਣ ਪਦ ਵਰਤਦੇ ਹਨ। ਪੰਚਮ ਗੁਰੂ ਜੀ ਨੇ ਅੰਤਰਜਾਮੀ ਨਾਲ ਜਾਣ ਪਦ ਹੋਰਥੇ ਵੀ ਵਰਤਿਆ ਹੈ, ਜਿਸ ਤਰ੍ਹਾਂ ਪ੍ਰਭ ਮੇਰਾ ਅੰਤਰਜਾਮੀ ਜਾਣ। ਕਲਿਆਣ ਮਹੱਲਾ ਪੰਜਵਾ। ਜੋ ਅੰਦਰ ਬੈਠਾ ਹੈ ਤੇ ਅੰਦਰ ਦਾ ਜਾਣਨਹਾਰ ਹੈ। ਪ੍ਰਾਕਥਨ। ਗੁਰੂ ਦੀ ਸ਼ਰਨ ਗਿਆ ਵਾਹਿਗੁਰੂ ਹਿਰਦੇ ਵਿੱਚ ਵਸ ਜਾਂਦਾ ਹੈ। ਉਸ ਦੀ ਇੱਕੋ ਟੇਕ ਦੀਨ ਦੁਨੀ ਸੰਵਾਰ ਜਾਂਦੀ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਮੈਂ ਗੁਰੂ ਅੱਗੇ ਅਰਦਾਸ ਕੀਤੀ ਕਿ ਕਿਵੇਂ ਮੈਨੂੰ ਸਭੇ ਗੱਲਾਂ ਭੁੱਲ ਜਾਣ, ਪਰ ਸਭਨਾ ਜੀਆਂ ਦਾ ਦਾਤਾ ਜੋ ਇੱਕੋ ਹੈ ਉਹ ਮੈਨੂੰ ਨਾ ਭੁੱਲ ਜਾਵੇ। ਧੰਦਾ ਸਭ ਜਲਾਏ ਕੈ ਗੁਰ ਨਾਮ ਦੀਆ ਸੱਚ ਸੁਆਓ। ਗੁਰੂ ਨੇ ਅਰਜ ਸੁਣ ਕੇ ਮੇਰਾ ਧੰਦਾ ਸਭ ਦੂਰ ਕਰਕੇ ਮੈਨੂੰ ਨਾਮ ਦਿੱਤਾ ਤੇ ਕਿਹਾ ਕਿ ਜੀਵਨ ਦਾ ਸੱਚਾ ਪ੍ਰਯੋਜਨ ਇਹੋ ਹੈ, ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ। ਤੇ ਨਾਲ ਫਰਮਾਇਆ ਕਿ ਹੋਰ ਸਾਰੀਆਂ ਆਸਾਂ ਮਨੋਂ ਉਤਾਰ ਕੇ ਇੱਕੋ ਹਰੀ ਮਿਲਣ ਦੀ ਕਮਾਈ ਕਰ। ਜਿਨੇ ਸਤਿਗੁਰ ਸੇਵਿਆ ਤਿਨੀ ਅੱਗੇ ਮਿਲਿਆ ਥਾਉ। ਪੱਕ ਜਾਣ ਕੇ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਹੈ ਉਹਨਾਂ ਨੂੰ ਹੀ ਅੱਗੇ ਦਰਗਾਹ ਵਿੱਚ ਥਾਂ ਮਿਲਦੀ ਹੈ। ਮਨ ਮੇਰੇ ਕਰਤੇ ਨੂੰ ਸਾਲਾਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ। ਰਹਾਉ। ਤਾਂ ਮੈਂ ਮਨ ਨੂੰ ਕਿਹਾ ਕਿ ਹੇ ਮੇਰੇ ਮਨ, ਸਭ ਸਿਆਣਪਾਂ ਛੱਡ ਦੇ ਤੇ ਇਸ ਗੁਰੂ ਦੀ ਪੈਰੀ ਪਿਆ ਰਹੋ ਅਤੇ ਕਰਤਾ ਪੁਰਖ ਦੀ ਸਿਫਤ ਸਲਾਹ ਕਰਿਆ ਕਰ। ਰਹਾਉ। ਦੁਖ ਭੁਖ ਨਹਿ ਵਿਆਪਈ ਜੇ ਸੁਖ ਦਾਤਾ ਮਨ ਹੋਏ। ਫਿਰ ਮੈਨੂੰ ਸ਼ੰਕਾ ਫੁਰੀ ਕਿ ਸਭੇ ਗੱਲਾਂ ਵਿਸਾਰ ਦੇਣ ਨਾਲ ਸੰਸਾਰਕ ਦੁੱਖ ਭੁੱਖ ਦਾ ਕੀ ਬਣਸੀ। ਤਾਂ ਗੁਰੂ ਨੇ ਦ੍ਰਿੜਤਾ ਦਿੱਤੀ ਕਿ ਜੇ ਮਨ ਵਿੱਚ ਸੁੱਖਾਂ ਦਾ ਦਾਤਾ ਵਸਦਾ ਹੋਵੇ ਤਾਂ ਦੁੱਖ ਭੁੱਖ ਵਿਆਪਦੀ ਨਹੀਂ। ਕਿਤਹੀ ਕੰਮ ਨ ਛਿਜੀਐ ਜਾ ਹਿਰਦੈ ਸੱਚਾ ਸੋਏ। ਫਿਰ ਕਿਸੇ ਕੰਮ ਦੇ ਕਰਨੇ ਨਾਲ ਛਿਜੀਦਾ ਨਹੀਂ ਜੇ ਹਿਰਦੇ ਵਿੱਚ ਉਹ ਸਤ ਸਰੂਪ ਵਸਦਾ ਹੋਵੇ। ਜਿਸ ਤੂੰ ਰੱਖਹਿ ਹੱਥ ਦੇ ਤਿਸ ਮਾਰ ਨ ਸਕੈ ਕੋਏ। ਤਾਂ ਫਿਰ ਗੁਰੂ ਨੇ ਉੱਪਰ ਧਿਆਨ ਕਰਕੇ ਸਾਈਂ ਅੱਗੇ ਅਰਜ ਕੀਤੀ, ਜਿਸ ਨੂੰ ਤੂੰ ਹੇ ਹਰੀ ਹੱਥ ਦੇ ਕੇ ਰੱਖ ਲਵੇਂ ਉਸ ਨੂੰ ਕੋਈ ਮਾਰ ਨਹੀਂ ਸਕਦਾ। ਇਸ ਲਈ ਹੇ ਮੇਰੇ ਮਨ, ਸੁਖ ਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ। ਸ਼ੁਭ ਗੱਲ ਇਹੀ ਹੈ ਕਿ ਐਸੇ ਮਹਾਨ ਸੁੱਖਾਂ ਦੇ ਦਾਤੇ ਗੁਰੂ ਦੀ ਸੇਵਾ ਕਰੀਏ, ਇਸ ਲਈ ਕਿ ਉਹ ਸਾਡੇ ਸਾਰੇ ਔਗਣ ਧੋ ਕੇ ਸਾਡੇ ਵਿੱਚੋਂ ਕੱਢ ਦੇਵੇ। ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ। ਜਦ ਔਗਣਾਂ ਦੀ ਮੈਲ ਨਿਕਲ ਜਾਵੇ ਤਦ ਵੀ ਸੇਵਕ ਸੇਵਾ ਹੀ ਮੰਗੇ ਤੇ ਇਉਂ ਅਰਦਾਸ ਕਰੇ ਕਿ ਹੇ ਦੇਵ, ਆਪਣੀ ਸੇਵਾ ਵਿੱਚ ਲਾਇਆ ਜੇ। ਸਾਧੂ ਸੰਗ ਮਸਕਤੇ ਤੂਠੈ ਪਾਵਾ ਦੇਵ। ਕਿਉਂਕਿ ਸਾਧੂ ਦਾ ਸੰਗ ਤੇ ਨਾਮ ਦੀ ਘਾਲ ਆਪ ਦੇ ਤਰੁੱਠਣੇ ਤੋਂ ਹੀ ਮੈਂ ਪਾ ਸਕਦਾ ਹਾਂ। ਹੇ ਸਾਹਿਬ, ਸਭ ਕੁਝ ਆਪ ਹੀ ਸਾਹਿਬ ਜੀ ਦੇ ਵਸੀਕਾਰ ਵਿੱਚ ਹੈ। ਆਪ ਹੀ ਸਭ ਕੰਮ ਕਰਨ ਵਾਲੇ ਹੋ। ਸਤਿਗੁਰ ਕੈ ਬਲਿਹਾਰਣੈ ਮਨਸਾ ਪੂਰੇਵ। ਮੈਂ ਐਸੇ ਪ੍ਰਭੂ ਦੇ ਮੇਲਣਹਾਰ ਸਤਿਗੁਰੂ ਤੋਂ ਵੀ ਬਲਿਹਾਰ ਜਾਂਦਾ ਹਾਂ, ਜੋ ਸੇਵਕਾਂ ਦੀਆਂ ਸਾਰੀਆਂ ਮਨਸ਼ਾ ਪੂਰੀਆਂ ਕਰਦਾ ਹੈ। ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ। ਉਸ ਗੁਰੂ ਦੀ ਕਿਰਪਾ ਨਾਲ ਮੈਨੂੰ ਹੁਣ ਉਹ ਇੱਕੋ ਵਾਹਿਗੁਰੂ ਹੀ ਆਪਣਾ ਸੱਜਣ ਦਿਸਦਾ ਹੈ। ਇੱਕੋ ਉਹੀ ਮਿੱਤਰ ਹੈ।
ਉਹ ਇੱਕ ਭਰਾ ਹੈ। ਇਕ ਸੈ ਦੀ ਸਾਮਗਰੀ ਇਕ ਸੈ ਦੀ ਹੈ ਰੀਤ। ਇਸ ਸੰਸਾਰ ਦੀ ਸਾਰੀ ਸਾਮਗਰੀ ਤੇ ਰੀਤ ਭਾਵ ਮਰਿਆਦਾ ਜਿਸ ਨਾਲ ਇਹ ਸੰਸਾਰ ਚੱਲ ਰਿਹਾ ਹੈ, ਉਸ ਇੱਕੋ ਦੀ ਬਣਾਈ ਹੋਈ ਦਿਸ ਰਹੀ ਹੈ। ਇਕਸ ਸਿਉ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ। ਉਸ ਇੱਕ ਨਾਲ ਹੀ ਜਦ ਮਨ ਪਤੀਜ ਗਿਆ ਤਾਂ ਮਨ ਟਿਕ ਗਿਆ, ਭਾਵ ਅਡੋਲ ਹੋ ਗਿਆ। ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ। ਸੋ ਹੈ ਨਾਨਕ, ਜਿਨ੍ਹਾਂ ਨੇ ਉਸ ਸਤ ਸਰੂਪ ਨੂੰ ਟੇਕ ਬਣਾਇਆ ਹੈ, ਉਹਨਾਂ ਦਾ ਖਾਣਾ ਸੱਚ ਹੈ, ਪਹਿਨਣਾ ਸੱਚ ਹੈ, ਅਥਵਾ ਸੱਚਾ ਨਾਮ ਹੀ ਉਹਨਾਂ ਦਾ ਖਾਣਾ ਹੈ ਤੇ ਸੱਚ ਨਾਮ ਹੀ ਪਹਿਨਣਾ ਹੈ, ਜਾਂ ਉਹਨਾਂ ਦਾ ਖਾਣਾ ਪਹਿਨਣਾ ਸਫਲ ਹੀ ਸਫਲ ਹੈ। ਵਿਆਖਿਆ। ਜਪਜੀ ਸਾਹਿਬ ਵਿੱਚ ਗੁਰੂ ਤੋਂ ਮੰਗ ਕੀਤੀ ਹੈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸੇ ਸ਼ਬਦ ਦੇ ਆਰੰਭ ਵਿੱਚ ਵੀ ਗੁਰੂ ਤੋਂ ਉਹ ਮੰਗ ਕੀਤੀ ਹੈ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਫਿਰ ਦੱਸਦੇ ਹਨ ਕਿ ਗੁਰੂ ਨੇ ਮੈਨੂੰ ਨਾਮ ਦੇ ਦਿੱਤਾ ਤੇ ਦੱਸਿਆ ਕਿ ਜੀਵਨ ਦਾ ਸੱਚਾ ਪ੍ਰਯੋਜਨ ਜਾਂ ਜੀਵਨ ਦਾ ਸੱਚਾ ਸਵਾਰਥ ਇਹ ਨਾਮ ਹੈ। ਨਾਲ ਦੱਸਿਆ ਕਿ ਵਾਹਿਗੁਰੂ ਤੋਂ ਭੁਲਾਵਣ ਵਾਲੇ ਧੰਦੇ ਦਿਲ ਦੇ ਮਾਲਕ ਨਾ ਬਣਾਓ। ਯਾਦ ਰੱਖਣੇ ਯੋਗ ਵਾਹਿਗੁਰੂ ਹੈ ਤੇ ਭੁਲਾਉਣੇ ਯੋਗ ਸਾਰਾ ਧੰਦਾ ਤੇ ਸਾਰੀਆਂ ਗੱਲਾਂ ਤੇ ਸਾਰੀਆਂ ਆਸਾਂ ਤ੍ਰਿਸ਼ਨਾ ਤੇ ਲੋੜਾਂ ਹਨ। ਇਸ ਦਾ ਫਲ ਇਹ ਹੋਵੇਗਾ ਕਿ ਅੱਗੇ ਜਾ ਕੇ ਸ਼ੁਭ ਟਿਕਾਣਾ ਮਿਲੇਗਾ। ਜੀਵ ਸਰੀਰ ਛੱਡ ਕੇ ਰੁਲੇਗਾ ਨਹੀਂ। ਕਿਸੇ ਉੱਤਮ ਦਸ਼ਾ ਵਿੱਚ ਕਿਸੇ ਧੁਰ ਟੇਕ ਵਾਲੇ ਰੰਗ ਵਿੱਚ ਹੋਵੇਗਾ। ਇਸ ਪਰ ਸ਼ੰਕਾ ਉੱਠਦੀ ਹੈ ਕਿ ਫਿਰ ਜਗਤ ਦੇ ਵਿਵਹਾਰ ਤਾਂ ਇਸ ਦੇ ਨਸ਼ਟ ਹੋ ਜਾਣਗੇ। ਇਸ ਪਰ ਆਪ ਅੰਕ 3 ਵਿੱਚ ਦੱਸਦੇ ਹਨ ਕਿ ਵਾਹਿਗੁਰੂ ਦੀ ਯਾਦ ਵਾਲੇ ਨੂੰ ਦੁੱਖ ਤੇ ਭੁੱਖ ਨਹੀਂ ਵਿਆਪਣਗੇ। ਉਸ ਦੀਆਂ ਮਨਸ਼ਾ ਪੂਰਨ ਹੋਣਗੀਆਂ ਜਦੋਂ ਇਸ ਨੇ ਸਿਮਰਨ ਕਰਕੇ ਸਾਈਂ ਪਾ ਲਿਆ। ਤਾਂ ਜਿਸ ਦੇ ਅੰਦਰ ਸਾਈਂ ਹੈ, ਜਿਸ ਦਾ ਰਾਖਾ ਉਹ ਹੋਇਆ ਹੈ, ਉਸ ਨੂੰ ਕੌਣ ਮਾਰ ਸਕਦਾ ਹੈ। ਹੁਣ ਜਦ ਲੋਕ ਵੀ ਸੰਵਰਦਾ ਹੈ ਤੇ ਪ੍ਰਲੋਕ ਵੀ ਸੰਵਰਦਾ ਹੈ, ਜਦ ਜੀਵ ਇੱਕੋ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਕਿਉਂ ਨਾ ਰਹੇ, ਇੱਕੋ ਨੂੰ ਆਪਣਾ ਮਿੱਤਰ ਤੇ ਸੱਜਣ ਤੇ ਸੰਬੰਧੀ ਦੇਖੇ, ਇਹ ਸਾਰਾ ਸੰਸਾਰ ਇਸ ਦੀ ਸਾਮਗਰੀ ਉਸੇ ਦੀ ਨਜ਼ਰ ਆਵੇ। ਆਪਣੀ ਪਕੜ ਕਿਸੇ ਸ਼ੈ ਨਾਲ ਨਾ ਪਵੇ। ਜੋ ਦਿਸੇ ਸਭ ਆਪਣੇ ਵਾਹਿਗੁਰੂ ਦਾ। ਜੋ ਖੰਡ ਬ੍ਰਹਿਮੰਡ ਪਦਾਰਥ ਹਨ ਉਸੇ ਦੇ ਹਨ। ਇਹ ਜਿਨ੍ਹਾਂ ਨਿਯਮਾਂ ਮਰਿਆਦਾ ਬੱਧੇ ਕਾਨੂੰਨਾਂ ਜਾਂ ਅਸੂਲਾਂ ਜਾਂ ਵਿਧਾਨਾਂ ਦੇ ਚੱਲ ਰਹੇ ਹਨ, ਉਸੇ ਦੇ ਚਲਾਏ ਚੱਲ ਰਹੇ ਹਨ। ਉਹ ਮਰਿਆਦਾ ਜੋ ਸਾਰੇ ਨੂੰ ਤੋਰ ਰਹੀ ਹੈ, ਉਹ ਉਸੇ ਇੱਕੋ ਦੀ ਬੱਧੀ ਹੋਈ ਹੈ। ਜਦ ਇਉਂ ਨਾਮ ਜਪਦਿਆਂ, ਰੱਬ ਯਾਦ ਰੱਖਦਿਆਂ, ਬ੍ਰਹਿਮੰਡ ਦਾ ਸਭੋ ਕੁਛ ਤੇ ਇਸ ਦੇ ਚੱਲਣ ਦੀ ਮਰਿਆਦਾ ਵੀ ਸਾਰੀ ਉਸੇ ਦੀ ਦਿਸੇ, ਤਾਂ ਨਿਸ਼ਚੇ ਜਾਣੋ ਅੰਦਰ ਵਾਹਿਗੁਰੂ ਟਿਕ ਗਿਆ। ਚਿੱਤ ਇਸ ਸੱਚ ਦੀ ਧੁਰ ਟੇਕ ਤੇ ਟਿਕ ਗਿਆ। ਹੁਣ ਉਸ ਪੁਰਖ ਦੇ ਜੀਵਨ ਦੇ ਦਿਨਾਂ ਵਿੱਚ ਜੋ ਖਾਣਾ, ਪਹਿਨਣਾ, ਸੰਸਾਰ ਯਾਤਰਾ ਪੂਰੀ ਕਰਨ ਵਿੱਚ ਕਿਰਿਆ ਹਨ, ਜੋ ਸਰੀਰ ਰੱਖਿਆ ਲਈ ਹੋਣੀਆਂ ਜ਼ਰੂਰੀ ਹਨ, ਮਾਇਕ ਜਾਂ ਬੰਧਾਏ ਮਾਨ ਕਰਨ ਵਾਲੀਆਂ ਨਹੀਂ ਹੋਣਗੀਆਂ। ਉਸ ਦੀ ਸਾਰੀ ਕਰਨੀ ਸੱਚ ਹੈ, ਕਿਉਂਕਿ ਉਸ ਨੂੰ ਹਉ ਨਹੀਂ। ਸੱਚ ਤੇ ਟੇਕ ਹੈ ਤੇ ਸਦਾ ਨਾਮ ਵਿੱਚ ਰਹਿਣੇ ਕਰਕੇ ਸੱਚੇ ਵਿੱਚ ਦ੍ਰਿਸ਼ਟੀ ਟਿਕੀ ਹੈ। ਸੋ ਕਰਨੇ ਵੀ ਉਸ ਦੇ ਸੱਚੇ ਹਨ, ਸੱਚ ਤੋਂ ਬਾਹਰ ਉੱਕਾ ਹੀ ਨਹੀਂ। ਸੱਚ ਦਾ ਭਾਵ ਇਸ ਕਰਕੇ ਸਫਲੇ ਵੀ ਲੈ ਲਈਦਾ ਹੈ। ਨਿਰੁਕਤ। ਵਿਸਰਨ ਦਾ ਭਾਵ ਹੈ ਭੁੱਲਣ। ਇਸ਼ਾਰਾ ਜਪਜੀ ਦੀ ਸੋ ਮੈਂ ਵਿਸਰ ਨਾ ਜਾਈ ਵਾਲੀ ਤੁਕ ਵੱਲ ਹੈ। ਧੰਦਾ ਜਲਾਉਣ ਦਾ ਭਾਵ ਹੈ ਧੰਦਾ। ਧੰਦਾ ਦਾ ਅਰਥ ਹੈ ਕਲੇਸ਼ ਵਾਲੇ ਕੰਮ। ਇਸ ਲਈ ਇਸ ਪਦ ਦਾ ਅਰਥ ਅਕਰੈ ਤੇ ਸੁੰਨ ਹੋ ਕੇ ਬੈਠ ਜਾਣਾ ਨਹੀਂ। ਧੰਦਿਆਂ ਨੂੰ ਮਨ ਦਾ ਮਾਲਕ ਨਹੀਂ ਬਣਨ ਦੇਣਾ ਚਾਹੀਦਾ। ਜਗਤ ਵਿਵਹਾਰ ਦੇ ਕੰਮ ਗੌਣ ਹੋ ਕੇ ਤੁਰੇ ਰਹਿਣ। ਇਹਨਾਂ ਵਿੱਚ ਮਨ ਖਚਤ ਤੇ ਕਲੇਸ਼ਮਈ ਨਾ ਰਹੇ।
ਸੁਆਉ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਵਾਰਥ, ਪ੍ਰਯੋਜਨ, ਆਪਣਾ ਕੰਮ, ਸੋਹਣਾ ਕੰਮ। ਦੁੱਖ ਭੁੱਖ ਦਾ ਭਾਵ ਹੈ ਸਭ ਪ੍ਰਕਾਰ ਦੇ ਦੁੱਖ ਤੇ ਸਭ ਪ੍ਰਕਾਰ ਦੀਆਂ ਲੋੜਾਂ। ਕਈ ਦਾਨੇ ਦੁੱਖ ਤੋਂ ਮਾਨਸਿਕ ਦੁੱਖ ਤੇ ਭੁੱਖ ਤੋਂ ਵਿਸ਼ੇ ਵਿਕਾਰਾਂ ਦੀ ਤ੍ਰਿਸ਼ਨਾ ਭਾਵ ਲੈਂਦੇ ਹਨ। ਛਿਜੀਐ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਛਿਦਰ ਭਾਵ ਟੁੱਟਣਾ, ਨਾਸ਼ ਹੋਣਾ। ਪੰਜਾਬੀ ਵਿੱਚ ਛਿਜਣਾ ਭਾਵ ਘਟੀਏ, ਨਾਸ਼ ਹੋਈਏ, ਨਾ ਛਿਜੀਐ ਭਾਵ ਹੈ ਟੋਟੇ ਵਿੱਚ ਨਾ ਜਾਈਏ। ਇਸ ਦੇ ਦੋ ਭਾਵ ਹੋ ਸਕਦੇ ਹਨ ਕਿ ਐਸੇ ਪੁਰਖ ਦੇ ਕਾਰਾਂ ਵਿਹਾਰਾਂ ਵਿੱਚ ਟੋਟਾ ਨਹੀਂ ਪਏਗਾ। ਦੂਸਰੇ ਇਹ ਕਿ ਕੰਮ ਕਾਜ ਕਰਦਿਆਂ ਐਸੇ ਨਾਮੀ ਪੁਰਖ ਦੀ ਸੁਰਤ ਉਦਾਸੀਆਂ ਟੋਟਿਆਂ ਵਿੱਚ ਨਹੀਂ ਜਾਏਗੀ। ਨਾਮ ਦੇ ਫਲ ਵਿੱਚ ਦੋਏ ਪ੍ਰਾਪਤੀਆਂ ਹਨ। ਮਸੱਕਤੇ ਦਾ ਭਾਵ ਹੈ ਅਰਬੀ ਵਿੱਚ ਮੁਸ਼ੱਕਤ ਭਾਵ ਕਰੜੀ ਮਿਹਨਤ। ਕਾਲ ਉਹ ਕਾਲ ਜੋ ਨਾਮ ਜਪਣ ਵਿੱਚ ਹੁੰਦੀ ਹੈ। ਇਸ ਪਦ ਦਾ ਇਸ਼ਾਰਾ ਜਪਜੀ ਸਾਹਿਬ ਦੀ ਉਸ ਤੁਕ ਵੱਲ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਕਰਨ ਕਰੇਵ ਦਾ ਭਾਵ ਹੈ ਆਪੇ ਕਾਰਜਾਂ ਦਾ ਕਰਨੇ ਵਾਲਾ ਹੈ। ਕਰਨ ਕਾਰਨ। ਪੂਰੇਵ ਦਾ ਭਾਵ ਹੈ ਪੂਰਦਾ ਹੈ, ਪੂਰਾ ਕਰਨੇ ਵਾਲਾ ਹੈ। ਸਾਮੱਗਰੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਾਮੱਗਰੀ ਭਾਵ ਸਾਮਾਨ, ਉਹ ਸਾਰਾ ਕੁਝ ਜਿਸ ਤੋਂ ਸੰਸਾਰ ਬਣਿਆ ਹੈ। ਰੀਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਰੀਤ ਮਰਿਆਦਾ ਭਾਵ ਹੈ ਉਹ ਮਰਿਆਦਾ, ਨਿਯਮ, ਕਾਨੂੰਨ, ਕਾਇਦੇ, ਤਰਤੀਬ, ਵਿਧਾਨ ਜਿਨ੍ਹਾਂ ਦੁਆਰੇ ਸੰਸਾਰ ਦਾ ਸਾਰਾ ਕੁਝ ਚੱਲ ਰਿਹਾ ਹੈ। ਸੱਚ ਖਾਣਾ ਦਾ ਭਾਵ ਹੈ ਕਿਉਂਕਿ ਨਾਮੀ ਸੱਚ ਵਿੱਚ ਰਚਿਆ ਹੁੰਦਾ ਹੈ। ਉਸ ਦੇ ਸਾਰੇ ਕਰਮ ਸੱਚ ਹੀ ਹੁੰਦੇ ਹਨ ਕਿਉਂਕਿ ਉਹਨਾਂ ਦਾ ਕੋਈ ਕਰਮ ਉਹਨਾਂ ਨੂੰ ਸੱਚ ਤੋਂ ਨਹੀਂ ਵਿਛੋੜਦਾ। ਸੱਚ ਦਾ ਅਰਥ ਸਫਲ ਵੀ ਇਸੇ ਕਰਕੇ ਕਰਦੇ ਹਨ।